ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥਿਤੀ ਗੌੜੀ ਮਹੱਲਾ ਪੰਜਵਾ। ਸ਼ਲੋਕ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਪੌੜੀ। ਏਕਮ ਏਕ ਓੰਕਾਰ ਪ੍ਰਭ ਕਰੋ ਬੰਦਨਾ ਧਿਆਏ। ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰਿ ਰਾਏ। ਤਾਕੀ ਆਸ ਕਲਿਆਣ ਸੁਖ ਜਾਤੇ ਸਭ ਕਛ ਹੋਏ। ਚਾਰ ਕੁੰਡ ਦਹਿ ਦਿਸ ਭ੍ਰਮਿਓ ਤਿਸ ਬਿਨ ਅਵਰ ਨ ਕੋਏ। ਵੇਦ ਪੁਰਾਨ ਸਿਮਰਤ ਸੁਨੈ ਬਹੁ ਬਿਧ ਕਰੋ ਵਿਚਾਰ। ਪਤ ਤੇ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ। ਦਾਤਾ ਭੁਗਤਾ ਦੇਨਹਾਰ ਤਿਸ ਬਿਨ ਅਵਰ ਨ ਜਾਏ। ਜੋ ਚਾਹੈ ਸੋਈ ਮਿਲੈ ਨਾਨਕ ਹਰ ਗੁਣ ਗਾਏ। ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ। ਰਹਾਉ। ਥਿਤੀ ਗੌੜੀ ਮਹੱਲਾ ਪੰਜਵਾ। ਸ਼ਲੋਕ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਨਿਰਗੁਣ ਤੇ ਸਰਗੁਣ ਥੀਆ ਉਸ ਨਿਰਾਕਾਰ ਸਰੂਪ ਤੋਂ ਪਾਵਨ ਗੁਰੂ ਅਵਤਾਰ ਧਾਰਨ ਕੀਤੇ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਝਾਰ। ਪਾਵਨ ਦਾ ਸਰੂਪ ਧਾਰਨ ਕਰਕੇ ਜੋ ਸਤਿਗੁਰੂ ਨੇ ਮਹਾਨ ਪਰਉਪਕਾਰ ਕੀਤੇ, ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦਾ ਇਹ ਸੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਇੱਕ ਅਮੋਲਕ ਖਜ਼ਾਨਾ, ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸਾਨੂੰ ਬਖਸ਼ਿਸ਼ ਕੀਤਾ ਹੈ। ਇਹ ਇੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਮੁੱਲੀ ਦਾਤ ਹੈ। ਤਕਰੀਬਨ ਇਸ ਮਹਾਨ ਖਜ਼ਾਨੇ ਨੂੰ ਸਮਝਣ ਦੀ, ਪਰਖਣ ਦੀ, ਵਰਤਨ ਦੀ ਕਿਸੇ ਨੂੰ ਘੱਟ ਹੀ ਲੋੜ ਮਹਿਸੂਸ ਹੁੰਦੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਹਦਾਇਤ ਵੀ ਕੀਤੀ ਹੈ, ਇਸ ਬਾਣੀ ਨੂੰ ਕੇਵਲ ਮੱਥਾ ਹੀ ਨਹੀਂ ਟੇਕਣਾ, ਬਲਕਿ ਇਸ ਬਾਣੀ ਨੂੰ ਪੜ੍ਹਨਾ ਵੀ ਹੈ, ਸੁਣਨਾ ਵੀ ਹੈ, ਸਮਝਣਾ ਵੀ ਹੈ ਤੇ ਕਮਾਉਣਾ ਵੀ ਹੈ। ਅਸੀਂ ਕੇਵਲ ਬਾਣੀ ਨੂੰ ਮੱਥਾ ਹੀ ਟੇਕਦੇ ਹਾਂ। ਥੋੜ੍ਹੇ ਗੁਰਸਿੱਖ ਮਾਈ ਭਾਈ ਹੋਣਗੇ ਜਿਹੜੇ ਇਸ ਬਾਣੀ ਨੂੰ ਪੜ੍ਹਦੇ ਵੀ ਹਨ। ਉਹ ਉਦੋਂ ਵੀ ਥੋੜ੍ਹੇ ਹੋਣਗੇ ਜਿਹੜੇ ਬਾਣੀ ਨੂੰ ਸਮਝਦੇ ਹਨ। ਉਹ ਉਦੋਂ ਵੀ ਘੱਟ ਹੋਣਗੇ ਜਿਹੜੇ ਇਸ ਬਾਣੀ ਨੂੰ ਕਮਾਉਂਦੇ ਵੀ ਹਨ। ਕਮਾਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੀ ਹੁੰਦੀ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਹਨ। ਕੋਈ ਗਾਵੈ ਕੋ ਸੁਣੈ ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ ਤਿਸ ਕਾ ਹੋਏ ਉਧਾਰ। ਗੱਲ ਦ੍ਰਿੜੈ ਤੇ ਜਾ ਕੇ ਸਤਿਗੁਰੂ ਨੇ ਮੁਕਾਈ ਹੈ। ਕੋਈ ਤਾਂ ਗੁਰਬਾਣੀ ਨੂੰ ਗਾਉਂਦਾ ਹੈ ਤੇ ਕੋਈ ਸੁਣਦਾ ਹੈ, ਕੋਈ ਗੁਰਬਾਣੀ ਦੀ ਵਿਚਾਰ ਵੀ ਕਰਦਾ ਹੈ, ਕੋਈ ਬਾਣੀ ਦੇ ਉਪਦੇਸ਼ ਨੂੰ ਵੀ ਸੁਣਦਾ ਹੈ। ਪਰ ਹਜ਼ੂਰ ਕਹਿੰਦੇ ਕੋ ਦ੍ਰਿੜ ਹੈ, ਪਰ ਕੋਈ ਵਿਰਲਾ ਹੀ ਇਸ ਉਪਦੇਸ਼ ਨੂੰ ਦ੍ਰਿੜ ਕਰਦਾ ਹੈ। ਸਤਿਗੁਰੂ ਦਾ ਹੁਕਮ ਹੈ, ਸੁਣ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਉਪਦੇਸ਼ ਨੂੰ ਸੁਣ ਕੇ ਮਨ ਦੇ ਵਿੱਚ ਵਸਾਉਣ ਦੀ ਲੋੜ ਹੁੰਦੀ ਹੈ, ਪਰ ਹਜ਼ੂਰ ਕਹਿੰਦੇ ਵਸਾਉਂਦਾ ਕੋਈ ਵਿਰਲਾ ਹੈ। ਸੋ ਪ੍ਰਵਾਨ ਜਿਸ ਹਿਰਦੈ ਵਸਾਈ, ਜਿਹਨੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵਸਾ ਲਿਆ, ਤਿਸ ਕਾ ਹੋਏ ਉਧਾਰ, ਫਿਰ ਉਹਦਾ ਉਧਾਰ ਹੁੰਦਾ ਹੈ। ਸੋ ਆਪ ਸੰਗਤਾਂ ਨੇ ਪਿੱਛੇ ਸੁਖਮਨੀ ਸਾਹਿਬ ਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਹੁਣ ਉਸ ਤੋਂ ਅਗਲੀ ਬਾਣੀ ਦੀ ਵਿਚਾਰ ਸ਼ੁਰੂ ਹੋਣ ਲੱਗੀ ਹੈ। ਇਸ ਪਾਵਨ ਬਾਣੀ ਦਾ ਨਾਮ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਥਿੱਤੀ ਗੌੜੀ ਮਹੱਲਾ ਪੰਜਵਾਂ ਸ਼ਲੋਕ। ਇਸ ਬਾਣੀ ਦਾ ਨਾਮ ਥਿੱਤੀ ਗੁਰੂ ਮਹਾਰਾਜ ਨੇ ਆਪ ਲਿਖਿਆ। ਥਿੱਤੀ ਜਿਹੜਾ ਲਫ਼ਜ਼ ਹੈ, ਇਹਦੇ ਬਾਰੇ ਜਿਹੜੇ ਗੁਰਸਿੱਖ ਵਿਦਵਾਨ ਨੇ ਉਹਨਾਂ ਨੇ ਇਹ ਲਿਖਿਆ ਹੈ। ਇੱਕ ਸੰਸਕ੍ਰਿਤ ਦਾ ਸ਼ਬਦ ਹੈ ਤਿਥ ਜਾਂ ਤਿਥੀ। ਸੰਸਕ੍ਰਿਤ ਦਾ ਤਿਥੀ ਸ਼ਬਦ ਹੈ ਤੇ ਉਸ ਦਾ ਪੰਜਾਬੀ ਦੇ ਵਿੱਚ ਰੂਪ ਥਿਤ ਬਣਿਆ ਹੋਇਆ ਹੈ। ਤਿਥ ਜਾਂ ਥਿਤ ਦਾ ਅਰਥ ਹੈ ਵੀ ਜਿਹੜਾ ਚੰਦਰਾਇਣੀ ਮਹੀਨਾ ਹੈ, ਚੰਦਰਾਇਣੀ ਮਹੀਨਾ ਉਸ ਨੂੰ ਕਹਿੰਦੇ ਨੇ, ਜਿਸ ਦਾ ਸੰਬੰਧ ਚੰਦਰਮਾ ਦੇ ਵਧਣ ਘਟਣ ਦੇ ਨਾਲ ਜੁੜਿਆ ਹੋਇਆ। ਜਿਹੜਾ ਚੰਦਰਾਇਣੀ ਮਹੀਨਾ ਹੈ ਉਹਦੇ ਵਿੱਚ ਦੋ ਪੱਖ ਹੁੰਦੇ ਨੇ। ਇੱਕ ਸੁਦੀ ਪੱਖ ਹੁੰਦਾ ਹੈ, ਦੂਸਰਾ ਵਦੀ ਪੱਖ ਹੁੰਦਾ ਹੈ। ਸੁਦੀ ਦਾ ਅਰਥ ਹੈ ਚਾਨਣ ਤੇ ਵਦੀ ਦਾ ਅਰਥ ਹੈ ਹਨੇਰ। ਭਾਵ ਇੱਕ ਚਾਨਣ ਪੱਖ ਹੁੰਦਾ ਹੈ, ਦੂਸਰਾ ਹਨੇਰ ਪੱਖ ਹੁੰਦਾ ਹੈ। ਜਿਹੜੇ ਵਿਚਾਰਵਾਨ ਲੋਕ ਨੇ ਉਹ ਇਸ ਗੱਲ ਨੂੰ ਜਾਣਦੇ ਨੇ। ਹਰ 15 ਦਿਨਾਂ ਤੋਂ ਬਾਅਦ ਮੱਸਿਆ ਆਉਂਦੀ ਹੈ, ਫਿਰ ਦੂਸਰੇ ਪੱਖ ਦੇ ਵਿੱਚ ਪੁੰਨਿਆ ਆਉਂਦੀ ਹੈ ਤੇ ਮੱਸਿਆ ਤੇ ਪੁੰਨਿਆ ਦੇ ਦਰਮਿਆਨ ਜਿਹੜੇ ਦਿਨ ਨੇ ਉਹਨਾਂ ਨੂੰ ਥਿਤ ਜਾਂ ਤਿਥ ਆਖਿਆ ਜਾਂਦਾ ਹੈ। ਉਹਨਾਂ ਦੀ ਗਿਣਤੀ ਗੁਰੂ ਮਹਾਰਾਜ ਨੇ 15 ਲਿਖੀ ਹੈ। 15 ਹੈ ਥਿੱਤੀ ਤੈਂ 7 ਵਾਰ, 15 ਥਿੱਤਾਂ ਨੇ ਤੇ ਬਾਕੀ 7 ਦਿਨ ਨੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਦਾ ਨਾਮ ਥਿੱਤੀ ਲਿਖਿਆ ਹੈ। ਇਹਦੇ ਅੰਦਰ ਗੁਰੂ ਮਹਾਰਾਜ ਨੇ ਜਿਹੜੀਆਂ 15 ਥਿੱਤਾਂ ਨੇ, ਹਨੇਰ ਪੱਖ ਦੀਆਂ 15 ਥਿੱਤਾਂ ਵੱਖ ਨੇ ਤੇ ਚਾਨਣ ਪੱਖ ਦੀਆਂ 15 ਥਿੱਤਾਂ ਵੱਖ ਨੇ, ਪਰ ਇਹ 15 ਹੀ ਮੁੱਖ ਤਿੱਥਾਂ ਮੰਨੀਆਂ ਹੋਈਆਂ ਨੇ। ਪੱਖ ਉਹਦੇ 2 ਮੰਨੇ ਗਏ ਨੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਚੰਦਰਮਾ ਦੇ ਹਿਸਾਬ ਦੇ ਨਾਲ ਜੋ 15 ਥਿੱਤਾਂ ਜਾਂ ਤਾਰੀਖਾਂ ਬਣਦੀਆਂ ਨੇ ਤੇ ਉਹਨਾਂ ਦੁਆਰਾ ਉਪਦੇਸ਼ ਦੇ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਵਿੱਤਰ ਬਾਣੀ ਦਾ ਉਪਦੇਸ਼ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਥਿੱਤੀ ਗੌੜੀ ਮਹੱਲਾ ਪੰਜਵਾਂ ਸ਼ਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ। ਇਹ ਬਾਣੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਰਚਨਾ ਹੈ ਤੇ ਇਸ ਬਾਣੀ ਦਾ ਨਾਮ ਥਿੱਤੀ ਹੈ ਤੇ ਗੌੜੀ ਰਾਗ ਦੇ ਵਿੱਚ ਇਸ ਨੂੰ ਉਚਾਰਨ ਕੀਤਾ ਗਿਆ ਹੈ। ਮਹੱਲਾ ਪੰਜਵਾਂ ਪੰਜਵੇਂ ਸਤਿਗੁਰੂ ਦਾ ਵਾਚਕ ਹੈ ਤੇ ਸ਼ਲੋਕ ਸਤਿਗੁਰੂ ਮਹਾਰਾਜ ਨੇ ਇੱਕ ਪਹਿਲਾਂ ਲਿਖ ਕੇ ਉਸ ਤੋਂ ਬਾਅਦ ਪੌੜੀ ਲਿਖੀ ਹੈ।
ਜਿਵੇਂ ਸੁਖਮਨੀ ਸਾਹਿਬ ਜੀ ਤੋਂ ਪਹਿਲੀ ਬਾਣੀ 52 ਅੱਖਰੀ ਆਈ ਹੈ, ਉਸ 52 ਅੱਖਰੀ ਬਾਣੀ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਇਹੀ ਤਰਤੀਬ ਬਣਾਈ ਸੀ, ਇੱਕ ਸ਼ਲੋਕ ਤੇ ਫਿਰ ਇੱਕ ਪੌੜੀ। ਉਸੇ ਹੀ ਤਰਤੀਬ, ਉਸੇ ਹੀ ਤਰਕੀਬ ਦੇ ਨਾਲ ਸਤਿਗੁਰੂ ਮਹਾਰਾਜ ਨੇ ਇਹ ਥਿੱਤੀ ਬਾਣੀ ਉਚਾਰਨ ਕੀਤੀ ਹੈ। ਪਹਿਲਾਂ ਇੱਕ ਸ਼ਲੋਕ ਹੈ ਤੇ ਫਿਰ ਅੱਗੇ ਪੌੜੀ ਆਉਂਦੀ ਹੈ, ਤੇ ਰਹਾਉ ਕੇਵਲ ਇੱਕ ਗੁਰੂ ਮਹਾਰਾਜ ਨੇ ਲਿਖਿਆ, ਕਿਉਂਕਿ ਇਹ ਸੰਪੂਰਨ ਬਾਣੀ ਇੱਕ ਬਾਣੀ ਹੈ ਤੇ ਇਹਦੇ ਵਿੱਚ ਇੱਕ ਹੀ ਰਹਾਉ ਗੁਰੂ ਮਹਾਰਾਜ ਨੇ ਲਿਖਿਆ ਹੈ। ਇਸ ਤੋਂ ਪਹਿਲਾਂ ਜਿਹੜੀ ਸੁਖਮਨੀ ਸਾਹਿਬ ਬਾਣੀ ਆਈ ਹੈ, ਉਸ ਤੋਂ ਪਹਿਲਾਂ 52 ਅੱਖਰੀ ਬਾਣੀ ਆਈ, ਉਹਨਾਂ ਦੋਨਾਂ ਬਾਣੀਆਂ ਦੇ ਵਿੱਚ ਵੀ ਇੱਕ ਹੀ ਰਹਾਉ ਲਿਖਿਆ ਹੈ। ਇੱਥੇ ਵੀ ਗੁਰੂ ਮਹਾਰਾਜ ਨੇ ਇੱਕੋ ਹੀ ਰਹਾਉ ਲਿਖਿਆ ਹੈ। ਪਹਿਲਾਂ ਹਜ਼ੂਰ ਮੰਗਲਾਚਰਨ ਲਿਖਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਠੀਕ ਹੈ, ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਪਰ ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਇਹਦੇ ਬਾਰੇ ਸਤਿਗੁਰੂ ਨੇ ਬਾਣੀ ਦੇ ਵਿੱਚ ਇੱਕ ਜਗ੍ਹਾ ਨਹੀਂ, ਅਨੇਕ ਜਗ੍ਹਾ ਤੇ ਸਾਨੂੰ ਇਹ ਗੱਲ ਸਮਝਾਈ ਹੈ। ਸਾਹਿਬ ਹੋਏ ਦਇਆਲ ਕਿਰਪਾ ਕਰੇ, ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ, ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਗੁਰੂ ਦਾ ਹੁਕਮ ਮੰਨਣਾ ਇਹ ਸਭ ਤੋਂ ਮੁੱਖ ਗੱਲ ਹੈ। ਜਿਹੜਾ ਵੀ ਗੁਰਸਿੱਖ ਮਾਈ ਪਾਈ ਗੁਰੂ ਦਾ ਹੁਕਮ ਮੰਨਦਾ ਹੈ, ਉਹਦੇ ਉੱਤੇ ਗੁਰੂ ਦੀ ਖੁਸ਼ੀ ਆਪਣੇ ਆਪ ਹੀ ਹੁੰਦੀ ਹੈ। ਤੁਸੀਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦੇ ਹੋ। ਤੁਹਾਡੇ ਆਪਣੇ ਘਰਾਂ ਦੇ ਵਿੱਚ ਪਰਿਵਾਰ ਹੁੰਦੇ ਨੇ, ਜਿਹੜੇ ਬੱਚੇ ਮਾਤਾ ਪਿਤਾ ਦਾ ਹੁਕਮ ਮੰਨਦੇ ਨੇ ਤੇ ਉਹਨਾਂ ਤੇ ਮਾਤਾ ਪਿਤਾ ਦੀ ਖੁਸ਼ੀ ਹੁੰਦੀ ਹੈ। ਜਿਹੜੀ ਪਤਨੀ ਆਪਣੇ ਪਤੀ ਦਾ ਹੁਕਮ ਮੰਨਦੀ ਹੈ, ਉਹਦੇ ਉੱਤੇ ਉਹਦਾ ਪਤੀ ਖੁਸ਼ ਹੁੰਦਾ ਹੈ, ਤੇ ਜਿਹੜਾ ਪਤੀ ਵੀ ਆਪਣੀ ਪਤਨੀ ਦੀ ਆਗਿਆ ਮੰਨ ਲਵੇ, ਕੋਈ ਗੱਲ ਮੰਨ ਲਵੇ, ਉਹਦੇ ਉੱਤੇ ਉਹਦੀ ਵੀ ਖੁਸ਼ੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇ ਕੋਈ ਨੌਕਰ ਮਾਲਕ ਦਾ ਹੁਕਮ ਮੰਨੇ, ਉਹਦੇ ਉੱਤੇ ਮਾਲਕ ਦੀ ਖੁਸ਼ੀ ਹੁੰਦੀ ਹੈ। ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਜਦੋਂ ਕੋਈ ਕਿਸੇ ਦਾ ਹੁਕਮ ਮੰਨੇ ਤਾਂ ਆਪਣੇ ਆਪ ਖੁਸ਼ੀ ਮਿਲਦੀ ਹੈ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਦੀ ਆਗਿਆ ਮੰਨੇ, ਗੁਰੂ ਦਾ ਹੁਕਮ ਮੰਨੇ, ਤੇ ਉਹਦੇ ਉੱਤੇ ਗੁਰੂ ਦੀ ਆਪਣੇ ਆਪ ਹੀ ਖੁਸ਼ੀ ਹੋ ਜਾਂਦੀ। ਗੱਲ ਤਾਂ ਹੁਕਮ ਮੰਨਣ ਦੀ ਹੈ, ਤੇ ਅਸੀਂ ਹੁਕਮ ਮੰਨਦੇ ਕਿਉਂ ਨਹੀਂ? ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇੱਕੋ ਹੀ ਗੁਰੂ ਮਹਾਰਾਜ ਨੇ ਲਿਖਿਆ ਹੈ। ਜਦੋਂ ਮਨੁੱਖ ਦੇ ਮਨ ਦੇ ਵਿੱਚ ਹੰਕਾਰ ਹੋਵੇ ਤੇ ਉਹ ਹੁਕਮ ਨਹੀਂ ਮੰਨ ਸਕਦਾ। ਹੁਕਮ ਤੇ ਹੰਕਾਰ ਦਾ ਕੋਈ ਸੰਬੰਧ ਨਹੀਂ। ਜਿੱਥੇ ਹੰਕਾਰ ਹੈ ਉੱਥੇ ਹੁਕਮ ਨਹੀਂ ਮੰਨਿਆ ਜਾਂਦਾ। ਜਿੱਥੇ ਹੁਕਮ ਮੰਨਣ ਦੀ ਭਾਵਨਾ ਆ ਜਾਵੇ, ਫਿਰ ਹੰਕਾਰ ਨਹੀਂ ਟਿਕ ਸਕਦਾ। ਜਿਵੇਂ ਅੱਗ ਤੇ ਪਾਣੀ ਦਾ ਕੋਈ ਮੇਲ ਨਹੀਂ, ਇਸੇ ਤਰ੍ਹਾਂ ਹੁਕਮ ਤੇ ਹੰਕਾਰ ਦੀ ਵੀ ਇਸੇ ਤਰ੍ਹਾਂ ਦੀ ਗੱਲ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇੱਥੇ ਇਹ ਗੱਲ ਸਮਝਾਉਂਦੇ ਹਨ ਬਈ ਤੁਸੀਂ ਗੁਰੂ ਦੀ ਕਿਰਪਾ ਦੇ ਪਾਤਰ ਬਣੋ, ਤੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਹੀ ਉਸ ਪ੍ਰਮਾਤਮਾ ਦੀ ਸਾਨੂੰ ਪ੍ਰਾਪਤੀ ਹੋ ਸਕਦੀ ਹੈ। ਲਓ ਹੁਣ ਹਜ਼ੂਰ ਅੱਗੇ ਫਰਮਾਉਂਦੇ ਹਨ, ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਬਈ ਉਹ ਅਕਾਲ ਪੁਰਖ ਵਾਹਿਗੁਰੂ ਕਿੱਥੇ ਹੈ ਤੇ ਕਿਸ ਰੂਪ ਦੇ ਵਿੱਚ ਵਿਚਰ ਰਿਹਾ ਹੈ, ਤਾਂ ਕਿ ਉਹਦੀ ਕੁਝ ਪਛਾਣ ਕਰ ਸਕੀਏ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਹਨ, ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ। ਗੁਰਮੁਖੋ, ਉਹ ਸੁਆਮੀ ਦੀਨ ਦੁਨੀਆ ਦਾ ਮਾਲਕ ਤੇ ਸਿਰਜਨਹਾਰ, ਸਾਰੇ ਸੰਸਾਰ ਨੂੰ ਰਚਣ ਵਾਲਾ ਜੋ ਅਕਾਲ ਪੁਰਖ ਹੈ, ਜਲ ਥਲ ਮਹੀਲ ਪੂਰਿਆ, ਉਹ ਜਲਾਂ ਵਿੱਚ ਵੀ ਥਲਾਂ ਵਿੱਚ ਵੀ, ਤੇ ਮਹੀਲ ਦਾ ਅਰਥ ਹੈ ਮਹੀ ਧਰਤੀ ਤੇ ਆਕਾਸ਼ ਦੇ ਵਿੱਚ ਵੀ ਪੂਰਿਆ ਪਰਿਪੂਰਨ ਹੋ ਰਿਹਾ ਹੈ। ਭਾਵ ਕੋਈ ਐਸੀ ਥਾਂ ਨਹੀਂ
ਕਿਉਂਕਿ ਜਾਂ ਸਮੁੰਦਰ ਹੈ ਤੇ ਜਾਂ ਫਿਰ ਧਰਤੀ ਹੈ, ਤੇ ਜਾਂ ਫਿਰ ਧਰਤੀ ਤੇ ਆਕਾਸ਼ ਨੇ, ਹੋਰ ਤੇ ਕੋਈ ਤੀਸਰੀ ਗੱਲ ਹੀ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਲਾਂ ਥਲਾਂ ਵਿੱਚ, ਧਰਤੀ ਤੇ ਆਕਾਸ਼ ਦੇ ਅੰਦਰ ਪਰਿਪੂਰਨ ਹੋ ਰਿਹਾ ਹੈ। ਦੂਸਰਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਜਲ ਦਾ ਅਰਥ ਹੈ ਜਿਹੜੇ ਪ੍ਰੇਮੀ ਨੇ, ਥਲ ਦਾ ਅਰਥ ਹੈ ਜਿਹੜੇ ਸਕਾਮੀ ਨੇ, ਮਹੀ ਦਾ ਅਰਥ ਹੈ ਜਿਹੜੇ ਬੁੱਧੀਵਾਨ ਲੋਕ ਨੇ, ਤੇ ਅਲ ਦਾ ਅਰਥ ਹੈ ਜਿਹੜੇ ਦਸਵੇਂ ਦੁਆਰ ਦੇ ਵਿੱਚ ਟਿਕਣ ਵਾਲੇ ਯੋਗੀ ਪੁਰਸ਼ ਨੇ। ਉਹਨਾਂ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਪਰਿਪੂਰਨ ਹੋ ਰਿਹਾ ਹੈ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਜੋ ਏਕੰਕਾਰ ਦਾ ਅਰਥ ਹੈ ਵੀ ਜੋ ਇੱਕੋ ਹੀ ਆਕਾਰ ਵਾਲਾ ਅਕਾਲ ਪੁਰਖ ਹੈ, ਇੱਕੋ ਹੀ ਆਕਾਰ ਉਸ ਦਾ ਵਾਹਿਗੁਰੂ ਦਾ ਹੈ। ਜੁਗ ਜੁਗ ਏਕੋ ਵੇਸ ਅਨੇਕ, ਵੀ ਜੁਗਾਂ ਜੁਗਾਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਅਨੇਕਾਂ ਰੂਪ ਧਾਰਨ ਕਰਦਾ ਹੈ, ਪਰ ਵਾਸਤਵ ਦੇ ਵਿੱਚ ਜੁਗ ਜੁਗ ਏਕੋ ਵੇਸ ਤੇ ਜੁਗਾਂ ਜੁਗਾਂ ਵਿੱਚ ਇੱਕੋ ਹੀ ਸਰੂਪ ਵਿੱਚ ਵਿਚਰਦਾ ਹੈ। ਇਹਦਾ ਮਤਲਬ ਇਹ ਹੈ ਵੀ ਉਸ ਵਾਹਿਗੁਰੂ ਦਾ ਵਾਸਤਵ ਸਰੂਪ ਤਾਂ ਇੱਕੋ ਹੀ ਹੈ, ਨਾਨਕ ਏਕੰਕਾਰ, ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਤੇ ਬਾਕੀ ਉਹੀ ਵਾਹਿਗੁਰੂ ਪਰਮੇਸ਼ਰ ਜੋ ਇੱਕ ਓੰਕਾਰ ਸਰੂਪ ਹੈ, ਅਨਕ ਭਾਂਤ ਹੋਏ ਪਸਰਿਆ, ਪਰ ਅਨੇਕਾਂ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਫੈਲਿਆ ਹੋਇਆ ਹੈ। ਆ ਜਿਤਨੇ ਵੀ ਅਸੀਂ ਦੁਨੀਆ ਦੇ ਰੰਗ ਰੂਪ ਵੇਖ ਰਹੇ ਹਾਂ, ਇਹ ਸਾਰੇ ਉਸ ਨਿਰੰਕਾਰ ਨੇ ਹੀ ਤੇ ਧਾਰਨ ਕੀਤੇ ਹੋਏ ਨੇ, ਉਸ ਇੱਕ ਓੰਕਾਰ ਨੇ ਹੀ ਸਾਰੇ ਰੂਪ ਧਾਰਨ ਕੀਤੇ ਨੇ। ਸਤਿਗੁਰੂ ਦੇ ਬਚਨ ਹੈ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਉਹ ਵਾਹਿਗੁਰੂ ਆਪਣੀ ਕੁਦਰਤ ਦੇ ਨਾਲ ਅਨੇਕਾਂ ਰੂਪ ਧਾਰਨ ਕਰ ਲੈਂਦਾ ਹੈ। ਅੱਜ ਜਿਨੇ ਪਸ਼ੂ ਪੰਛੀ ਨੇ ਤੇ ਜਾਂ ਬਨਸਪਤੀ ਹੈ, ਮਨੁੱਖ ਸ੍ਰਿਸ਼ਟੀ ਹੈ, ਤੇ ਚਾਹੇ ਪੱਥਰ ਨੇ, ਇਹ ਜਿਤਨੀਆਂ ਵੀ ਚੀਜ਼ਾਂ ਨੇ, ਜਿਤਨਾ ਵੀ ਸੰਸਾਰ ਹੈ, ਇਹ ਮਾਨੋ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਰੂਪ ਧਾਰਨ ਕੀਤੇ ਨੇ। ਜਿਹੜੇ ਸਿਆਣੇ ਵਿਚਾਰਵਾਨ ਪੁਰਸ਼ ਨੇ ਉਹ ਇਹ ਗੱਲ ਕਹਿੰਦੇ ਨੇ, ਇਹ ਜਿਹੜਾ ਸੰਸਾਰ ਹੈ ਇਹ ਮਾਇਆ ਦਾ ਪ੍ਰਣਾਮ ਹੈ ਤੇ ਈਸ਼ਵਰ ਦਾ ਵਿਵਰਤ ਹੈ। ਜਿਹੜਾ ਪ੍ਰਣਾਮ ਤੇ ਵਿਵਰਤ ਦੋ ਸ਼ਬਦ ਨੇ, ਇਹ ਕੁਛ ਹੈ ਤੇ ਕਠਨ ਜਿਹੇ ਸ਼ਬਦ, ਪਰ ਇਹਨਾਂ ਦੀ ਵਿਆਖਿਆ ਕਰਨੀ ਬਣਦੀ ਹੈ। ਪ੍ਰਣਾਮਵਾਦ ਉਸ ਨੂੰ ਕਹਿੰਦੇ ਨੇ ਵੀ ਜਿਹੜਾ ਪਹਿਲਾ ਰੂਪ ਹੈ ਉਹਨੂੰ ਬਦਲ ਕੇ ਦੂਜਾ ਰੂਪ ਧਾਰਨ ਕਰ ਲੈਣਾ। ਜਿਵੇਂ ਫਰਜ਼ ਕਰੋ ਪਹਿਲਾਂ ਦੁੱਧ ਹੁੰਦਾ ਹੈ, ਤੁਸੀਂ ਦੁੱਧ ਨੂੰ ਜਾਗ ਲਾ ਦਿਓ, ਉਹ ਦਹੀਂ ਬਣ ਜਾਂਦਾ ਹੈ। ਰੂਪ ਬਦਲ ਗਿਆ ਨਾ, ਪਹਿਲਾਂ ਦੁੱਧ ਹੁੰਦਾ ਫਿਰ ਦਹੀਂ ਬਣ ਜਾਂਦਾ। ਫਿਰ ਤੁਸੀਂ ਉਸ ਦਹੀਂ ਨੂੰ ਰਿੜਕ ਲਓ, ਉਹਦੇ ਵਿੱਚੋਂ ਮੱਖਣ ਨਿਕਲਦਾ ਹੈ ਤੇ ਲੱਸੀ ਉਹਦੇ ਵਿੱਚ ਲੱਸੀ ਬਣ ਜਾਂਦੀ ਹੈ। ਇਹਨੂੰ ਪਰਿਣਾਮਵਾਦ ਕਹਿੰਦੇ ਨੇ। ਪਹਿਲਾਂ ਦੁੱਧ ਹੁੰਦਾ ਹੈ, ਫਿਰ ਅੱਗੇ ਦਹੀਂ ਬਣ ਜਾਂਦਾ ਹੈ, ਦਹੀਂ ਤੋਂ ਮੱਖਣ ਨਿਕਲਦਾ ਹੈ, ਲੱਸੀ ਬਣ ਜਾਂਦੀ ਹੈ, ਤੇ ਇਹਨੂੰ ਪਰਿਣਾਮਵਾਦ ਕਹਿੰਦੇ ਨੇ। ਤੇ ਦੂਸਰਾ ਕਹਿੰਦੇ ਨੇ ਵਿਵਰਤਵਾਦ। ਵਿਵਰਤਵਾਦ ਉਸ ਨੂੰ ਕਹਿੰਦੇ ਨੇ ਬਈ ਜਿਵੇਂ ਸੋਨਾ ਹੁੰਦਾ, ਸੋਨੇ ਤੋਂ ਅੱਗੇ ਗਹਿਣੇ ਘੜੇ ਜਾਂਦੇ ਨੇ, ਸੁਨਿਆਰ ਗਹਿਣੇ ਬਣਾਉਂਦੇ ਨੇ, ਪਰ ਉਹ ਸੁਨਿਆਰ ਸੋਨੇ ਦੇ ਚਾਹੇ ਕਿੰਨੇ ਵੀ ਗਹਿਣੇ ਬਣਾ ਦੇਵੇ, ਪਰ ਅਕਸਰ ਰਹਿੰਦਾ ਤੇ ਸੋਨਾ ਹੀ ਹੈ। ਸੋਨਾ ਨਹੀਂ ਮਤਲਬ ਬਦਲਦਾ। ਇਹਨੂੰ ਵਿਵਰਤ ਕਹਿੰਦੇ ਨੇ। ਜਿਵੇਂ ਹੁਣ ਮਿੱਟੀ ਹੈ, ਮਿੱਟੀ ਦੇ ਕੋਈ ਭਾਂਡੇ ਬਣਾ ਦਿੱਤੇ ਜਾਂਦੇ ਨੇ, ਖਿਡੌਣੇ ਬਣਾ ਦਿੱਤੇ ਜਾਂਦੇ ਨੇ, ਪਰ ਮਿੱਟੀ ਤਾਂ ਮਿੱਟੀ ਰਹਿੰਦੀ ਹੈ। ਉਹਨਾਂ ਵਿੱਚ ਰੂਪ ਰੰਗ ਚਾਹੇ ਕਿੰਨੇ ਵੀ ਉਹਨਾਂ ਦੇ ਬਦਲਦੇ ਨੇ, ਤੇ ਪਰ ਮਿੱਟੀ ਤਾਂ ਮਿੱਟੀ ਹੁੰਦੀ ਹੈ। ਇਸੇ ਤਰ੍ਹਾਂ ਅਨੇਕਾਂ ਧਾਤਾਂ ਦੀਆਂ ਮੂਰਤੀਆਂ ਬਣਦੀਆਂ ਨੇ, ਪਰ ਅਕਸਰ ਧਾਤ ਤਾਂ ਉਹੀ ਇੱਕ ਹੀ ਰਹਿੰਦੀ ਹੈ, ਉਹ ਨਹੀਂ ਬਦਲਦੀ। ਇਹਨੂੰ ਕਹਿੰਦੇ ਵਿਵਰਤਵਾਦ। ਇਹ ਜਿਹੜਾ ਸੰਸਾਰ ਹੈ ਮਾਇਆ ਦਾ ਤੇ ਪ੍ਰਣਾਮ ਹੈ, ਤੇ ਈਸ਼ਵਰ ਦਾ ਵਿਵਰਤ ਹੈ। ਇਹਦਾ ਮਤਲਬ ਇਹ ਹੈ ਵੀ ਮਾਇਆ ਦਾ ਪ੍ਰਣਾਮ ਇਸ ਲਈ ਹੈ ਵੀ ਪ੍ਰਣਾਮਵਾਦ ਦੇ ਵਿੱਚ ਇਹ ਫਰਕ ਹੁੰਦਾ ਹੈ। ਜਿਹੜਾ ਰੂਪ ਪਹਿਲਾਂ ਹੁੰਦਾ ਹੈ ਫਿਰ ਉਹ ਬਾਅਦ ਵਿੱਚ ਬਦਲ ਜਾਂਦਾ ਹੈ। ਜਿਹੜਾ ਬਦਲਿਆ ਰੂਪ ਹੈ ਮੁੜ ਕੇ ਉਹ ਪਹਿਲੇ ਰੂਪ ਨੂੰ ਨਹੀਂ ਅਖਤਿਆਰ ਕਰ ਸਕਦਾ। ਜਿਵੇਂ ਜਿਹੜਾ ਦੁੱਧ ਦਹੀਂ ਬਣ ਗਿਆ, ਮੁੜ ਕੇ ਦੁੱਧ ਨਹੀਂ ਬਣ ਸਕਦਾ, ਉਹ ਦੁੱਧ ਹੀ ਰਹਿਣਾ ਹੈ। ਤੇ ਫਿਰ ਦੁੱਧ ਤੋਂ ਮੱਖਣ ਨਿਕਲਦਾ, ਲੱਸੀ ਬਣਦੀ ਹੈ, ਤੇ ਫਿਰ ਉਹ ਮੱਖਣ ਮੱਖਣ ਹੀ ਰਹਿੰਦਾ, ਮੱਖਣ ਦਹੀਂ ਨਹੀਂ ਬਣ ਸਕਦਾ, ਤੇ ਲੱਸੀ ਲੱਸੀ ਰਹਿੰਦੀ ਹੈ। ਇਸ ਤਰ੍ਹਾਂ ਇਹ ਮਾਇਆ ਦਾ ਪ੍ਰਣਾਮ ਹੈ ਸੰਸਾਰ। ਤੇ ਪਰ ਦੂਸਰੇ ਪਾਸੇ ਨੂੰ ਈਸ਼ਵਰ ਦਾ ਵਿਵਰਤ ਲਿਖਿਆ।
ਭਾਵ ਪਰਮੇਸ਼ਰ ਜਿਹੜੇ ਅਨੇਕਾਂ ਰੂਪ ਧਾਰਨ ਕਰਦਾ ਹੈ ਉਹਦੇ ਵਿੱਚ ਉਹ ਆਪ ਵਰਤ ਰਿਹਾ ਹੁੰਦਾ। ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹਨੂੰ ਕਹਿੰਦੇ ਵਿਵਰਤਵਾਦ। ਇੱਥੇ ਗੁਰੂ ਮਹਾਰਾਜ ਨੇ ਵਿਵਰਤਵਾਦ ਦੇ ਸਿਧਾਂਤ ਨੂੰ ਪ੍ਰਗਟਾਇਆ ਹੈ। ਅਨਕ ਪਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ। ਜਿਵੇਂ ਇੱਕੋ ਹੀ ਸੋਨਾ ਅਨੇਕਾਂ ਹੀ ਗਹਿਣਿਆਂ ਦੇ ਰੂਪ ਦੇ ਵਿੱਚ ਉਹ ਪਸਰਿਆ ਸਾਨੂੰ ਦਿਖਾਈ ਦਿੰਦਾ ਹੈ, ਇਸੇ ਤਰ੍ਹਾਂ ਜਿਤਨੇ ਵੀ ਸੰਸਾਰ ਦੇ ਰੰਗ ਰੂਪ ਨੇ ਪਦਾਰਥਾਂ ਦੇ, ਉਹ ਮਾਨੋ ਉਸ ਸੋਨੇ ਅਕਾਲ ਪੁਰਖ ਨੇ ਸਾਰੇ ਰੂਪ ਧਾਰਨ ਕੀਤੇ ਨੇ, ਸਾਰਿਆਂ ਵਿੱਚ ਉਹੀ ਵਸ ਰਿਹਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ ਵੀ ਉਹ ਵਾਹਿਗੁਰੂ ਇੱਕ ਹੈ ਤੇ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਕੋਈ ਉਹਦਾ ਇੱਕ ਰੂਪ ਨਹੀਂ। ਜੇ ਆਪਾਂ ਉਸ ਦੀ ਪਛਾਣ ਕਰ ਸਕੀਏ, ਉਹ ਅਨੇਕਾਂ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਪਸਰਿਆ ਹੋਇਆ ਹੈ ਤੇ ਵਾਸਤਵ ਦੇ ਵਿੱਚ ਸਾਰਿਆਂ ਵਿੱਚ ਹੀ ਉਹ ਵਸ ਰਿਹਾ ਹੈ। ਜਿਵੇਂ ਸਾਰੇ ਗਹਿਣਿਆਂ ਵਿੱਚ ਸੋਨਾ ਤੇ ਸਾਰੇ ਮਿੱਟੀ ਦੇ ਭਾਂਡਿਆਂ ਤੇ ਖਿਡੌਣਿਆਂ ਵਿੱਚ ਮਿੱਟੀ, ਤੇ ਇਸੇ ਤਰ੍ਹਾਂ ਵਾਹਿਗੁਰੂ ਅਨੇਕਾਂ ਰੂਪ ਧਾਰਨ ਕਰਕੇ ਸਾਰਿਆਂ ਵਿੱਚ ਹੀ ਵਸ ਰਿਹਾ ਹੈ। ਪੌੜੀ ਏਕਮ ਏਕ ਓਂਕਾਰ ਪ੍ਰਭ ਕਰੋ ਬੰਦਨਾ ਧਿਆਏ। ਲੋ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਏਕਮ ਜਿਹੜੀ ਪਹਿਲੀ ਥਿੱਤ ਨੂੰ ਕਹਿੰਦੇ ਨੇ ਵੀ ਅੱਜ ਏਕਮ ਦਾ ਦਿਨ ਹੈ। ਏਕਮ ਜਾਂ ਦੂਜ, ਤੀਜ, ਇਸ ਤਰ੍ਹਾਂ ਉਹ ਥਿੱਤਾਂ ਦੇ ਨਾਮ ਲਏ ਜਾਂਦੇ ਨੇ। ਲਓ ਜਿਹੜੀ ਏਕਮ ਥਿੱਤ ਹੈ, ਹੁਣ ਗੁਰੂ ਮਹਾਰਾਜ ਉਸ ਦੁਆਰਾ ਉਪਦੇਸ਼ ਦਿੰਦੇ ਹਨ, ਕਿਉਂਕਿ ਥਿੱਤਾਂ ਦੁਆਰਾ ਉਪਦੇਸ਼ ਹੈ। ਹੋ ਸਕਦਾ ਹੈ ਕੋਈ ਥਿੱਤਾਂ ਵਾਰਾਂ ਨੂੰ ਮੰਨਣ ਵਾਲਾ ਪੰਡਤ ਹੀ ਗੁਰੂ ਮਹਾਰਾਜ ਦੇ ਕੋਲ ਆਇਆ ਹੋਵੇ, ਉਸ ਨੇ ਬੇਨਤੀ ਕੀਤੀ ਹੋਵੇ ਮਹਾਰਾਜ ਆਪ ਜੀ ਕਿਰਪਾ ਕਰੋ ਇਹ ਥਿੱਤਾਂ ਦੁਆਰਾ ਉਪਦੇਸ਼ ਦਿਓ, ਤਾਂ ਗੁਰੂ ਮਹਾਰਾਜ ਨੇ ਬਾਣੀ ਉਚਾਰਨ ਕੀਤੀ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਏਕਮ ਏਕ ਓਂਕਾਰ ਪ੍ਰਭ ਕਰੋ ਬੰਦਨਾ ਤੇ ਆਏ। ਏਕਮ ਥਿੱਤ ਦੁਆਰਾ ਇਹ ਉਪਦੇਸ਼ ਸਾਨੂੰ ਮਿਲ ਰਿਹਾ ਹੈ। ਏਕ ਓਂਕਾਰ ਪ੍ਰਭ ਵਾਸਤਵ ਦੇ ਵਿੱਚ ਕੇਵਲ ਤਾਂ ਕੇਵਲ ਏਕ ਓਂਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਇੱਕ ਓਂਕਾਰ ਹੀ ਸਭ ਤੋਂ ਪਹਿਲਾਂ ਹੈ। ਇਹ ਏਕਮ ਥਿੱਤ ਇਹ ਸਾਨੂੰ ਉਪਦੇਸ਼ ਦਿੰਦੀ ਹੈ। ਸਭ ਤੋਂ ਪਹਿਲਾਂ ਇੱਕ ਓਂਕਾਰ ਸਰੂਪ ਵਾਹਿਗੁਰੂ ਹੈ। ਕਰੋ ਬੰਦਨਾ ਤੇ ਆਏ, ਤੇ ਅਸੀਂ ਉਸ ਨੂੰ ਧਿਆ ਕੇ ਉਹਦੇ ਚਰਨਾਂ ਤੇ ਬੰਦਨਾ ਨਮਸਕਾਰ ਕਰਦੇ ਹਾਂ। ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰ ਰਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਣ ਗੋਬਿੰਦ ਗੋਪਾਲ ਪ੍ਰਭ, ਤੇ ਨਾਲ ਹੀ ਉਸ ਗੋਬਿੰਦ ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ ਤੇ ਗੋਪਾਲ ਜੋ ਪ੍ਰਿਥਵੀ ਦਾ ਪਾਲਕ ਪ੍ਰਭੂ ਸਮਰੱਥ ਹੈ, ਉਹਦੇ ਅਸੀਂ ਗੁਣ ਵੀ ਗਾਉਂਦੇ ਹਾਂ, ਉਹਦੀ ਸਿਫਤ ਸਲਾਹ ਵੀ ਕਰਦੇ ਹਾਂ। ਸ਼ਰਨ ਪਰੋਂ ਹਰ ਰਾਏ, ਤੇ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈਨੇ ਹਾਂ। ਤਾਕੀ ਆਸ ਕਲਿਆਣ ਸੁਖ ਜਾਤੇ ਸਭ ਕਛ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਉਸੇ ਦੀ ਆਸ ਕਰਦੇ ਹਾਂ, ਉਸੇ ਦੀ ਉਮੀਦ ਕਰਦੇ ਹਾਂ, ਉਸੇ ਦੀ ਇੰਤਜ਼ਾਰ ਕਰਦੇ ਹਾਂ। ਕਲਿਆਣ ਸੁਖ ਜੋ ਸਾਰੇ ਕਲਿਆਣ ਤੇ ਸਾਰੇ ਸੁਖ, ਸਭ ਮੁਕਤੀਆਂ ਤੇ ਸਾਰੇ ਸੁਖ ਦੇਣ ਵਾਲਾ ਹੈ। ਜਾਂ ਤੇ ਸਭ ਕਸ਼ ਹੋਏ, ਤੇ ਜਿਸ ਅਕਾਲ ਪੁਰਖ ਵਾਹਿਗੁਰੂ ਤੋਂ ਸਭ ਕੁਝ ਹੋ ਰਿਹਾ ਹੈ। ਕਿਉਂਕਿ ਸੰਸਾਰ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਹੈ ਨਾ, ਉਸ ਵਾਹਿਗੁਰੂ ਪਰਮੇਸ਼ਰ ਤੋਂ ਹੀ ਹੋ ਰਿਹਾ ਹੈ। ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਕਾਰਨ ਸਰੂਪ ਹੈ। ਸਾਰੇ ਕਾਰਨਾਂ ਨੂੰ ਪੈਦਾ ਕਰਨ ਵਾਲੇ ਨੂੰ ਕਾਰਨ ਕਹਿੰਦੇ ਨੇ। ਉਹ ਸਾਰੇ ਕਾਰਨਾਂ ਨੂੰ ਪੈਦਾ ਕਰਨ ਵਾਲਾ ਹੈ। ਇਸ ਲਈ ਸਭ ਕੁਝ ਉਸ ਵਾਹਿਗੁਰੂ ਪਰਮੇਸ਼ਰ ਤੋਂ ਹੁੰਦਾ ਹੈ। ਇਸੇ ਲਈ ਅਸੀਂ ਉਸੇ ਵਾਹਿਗੁਰੂ ਦੀ ਆਸ ਕਰ ਰਹੇ ਹਾਂ। ਚਾਰ ਕੁੰਟ ਦਹਿ ਦਿਸ ਭ੍ਰਮਿਓ ਤਿਸ ਬਿਨ ਅਵਰ ਨਾ ਕੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਜਿਹੜੀਆਂ ਚਾਰ ਕੁੰਟਾਂ ਨੇ, ਚਾਰ ਮੁੱਖ ਦਿਸ਼ਾ ਨੇ, ਉੱਤਰ ਦੱਖਣ ਪੂਰਬ ਤੇ ਪੱਛਮ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ, ਤੇ 10 ਦਿਸ਼ਾ, ਚਾਰ ਉਪ ਦਿਸ਼ਾ ਤੇ ਧਰਤੀ ਤੇ ਆਕਾਸ਼ ਦੀ ਦਿਸ਼ਾ ਰਲ ਕੇ 10 ਦਿਸ਼ਾ ਬਣਦੀਆਂ ਨੇ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸਰਵ ਵਿਆਪਕ ਹੈ। ਚਾਰ ਕੁੰਡ ਦਹਿ ਦਿਸ ਭ੍ਰਮਿਓ ਸੀ, ਚਾਰੇ ਕੁੰਟਾਂ ਤੇ 10 ਦਿਸ਼ਾ ਦੇ ਵਿੱਚ ਭਰਮ ਕੇ ਵਿਖਿਆ ਹੈ। ਭਾਵ ਉੱਤਰ ਦੱਖਣ ਪੂਰਬ ਪੱਛਮ ਸਾਰੇ ਪਾਸੇ ਗਏ ਹਾਂ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਅੰਦਰ 4 ਉਦਾਸੀਆਂ ਧਾਰਨ ਕੀਤੀਆਂ, 4 ਯਾਤਰਾਵਾਂ ਕੀਤੀਆਂ, ਚਾਰੇ ਦਿਸ਼ਾ ਵਿੱਚ ਗਏ, ਤੇ ਜਿਹੜੀਆਂ ਉਪਦਿਸ਼ਾ ਸਨ ਉੱਥੇ ਵੀ ਗਏ,
ਤੇ ਗੁਰੂ ਨਾਨਕ ਸਾਹਿਬ ਦੇ ਬਾਰੇ ਇਹ ਵੀ ਜ਼ਿਕਰ ਆਉਂਦਾ ਹੈ ਵੀ ਉਹ ਉੱਪਰਲੇ ਮੰਡਲਾਂ ਵਿੱਚ ਵੀ ਗਏ ਤੇ ਪਾਤਾਲਾਂ ਵਿੱਚ ਵੀ ਗਏ। ਇਹ ਕਿੱਥੇ ਪ੍ਰਸੰਗ ਆਉਂਦਾ ਹੈ? ਜਦੋਂ ਆਪਾਂ ਜਨਮ ਸਾਖੀ ਪੜ੍ਹਦੇ ਹਾਂ ਜਾਂ ਗੁਰੂ ਨਾਨਕ ਪ੍ਰਕਾਸ਼ ਪੜ੍ਹਦੇ ਹਾਂ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਗਦਾਦ ਸ਼ਹਿਰ ਵਿੱਚ ਗਏ ਔਰ ਉੱਥੇ ਇੱਕ ਮੁਸਲਮਾਨਾਂ ਦਾ ਪੀਰ ਜਿਸ ਦਾ ਨਾਮ ਦਸਤਗੀਰ ਲਿਖਿਆ ਹੋਇਆ ਉਹ ਸਤਿਗੁਰੂ ਨੂੰ ਮਿਲਿਆ ਤੇ ਉਹਨੇ ਸਤਿਗੁਰੂ ਮਹਾਰਾਜ ਦੇ ਅੱਗੇ ਸਵਾਲ ਕੀਤਾ ਵੀ ਸਾਡੇ ਕੁਰਾਨ ਸ਼ਰੀਫ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਨੇ 14 ਤਬਕਾਂ ਦੀ ਗੱਲ ਲਿਖੀ ਹੈ, ਪਰ ਤੁਸੀਂ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ਾਂ ਦੀ ਗੱਲ ਕਰਦੇ ਹੋ, ਕਿਉਂਕਿ ਜਪਜੀ ਸਾਹਿਬ ਬਾਣੀ ਵਿੱਚ ਐਸਾ ਜ਼ਿਕਰ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਉਸ ਪੀਰ ਨੇ ਸਵਾਲ ਕੀਤਾ ਵੀ ਸਾਡਾ ਜੋ ਧਰਮ ਗ੍ਰੰਥ ਹੈ ਪਾਕ ਕੁਰਾਨ ਸ਼ਰੀਫ ਹੈ ਉਹ 14 ਤਬ ਕਹਿੰਦੀ ਹੈ ਤੇ ਤੁਹਾਡੀ ਬਾਣੀ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਦੱਸਦੀ, ਇਹਦੇ ਵਿੱਚ ਸੱਚ ਕੀ ਹੈ? ਸਤਿਗੁਰੂ ਕਹਿਣ ਲੱਗੇ ਭਾਈ ਗੱਲਾਂ ਦੋਵੇਂ ਹੀ ਸੱਚੀਆਂ ਨੇ। ਸਮਝਾਉਣ ਦਾ ਜਵਾਬ ਦੇਣ ਦਾ ਢੰਗ ਸਤਿਗੁਰੂ ਦਾ ਬੜਾ ਹੀ ਨਿਰਾਲਾ ਸੀ, ਉਹ ਕਿਸੇ ਦੇ ਦਿਲ ਨੂੰ ਦਿਖਾਉਂਦੇ ਨਹੀਂ ਸਨ। ਕਹਿਣ ਲੱਗੇ ਗੱਲਾਂ ਦੋਵੇਂ ਹੀ ਠੀਕ ਲਿਖੀਆਂ ਹੋਈਆਂ ਨੇ। ਪੀਰ ਹੈਰਾਨ ਹੋਇਆ, ਕਹਿੰਦਾ ਦੋਵੇਂ ਗੱਲਾਂ ਠੀਕ ਕਿਵੇਂ ਹੋ ਸਕਦੀਆਂ ਨੇ? ਤਾਂ ਸਤਿਗੁਰੂ ਦਾ ਜਵਾਬ ਸੀ ਜਿੰਨੀ ਸੋਝੀ ਤੁਹਾਡੇ ਪੈਗੰਬਰ ਨੂੰ ਪਰਮੇਸ਼ਰ ਨੇ ਦਿੱਤੀ ਓਨੀ ਉਹਨੇ ਗੱਲ ਲਿਖ ਦਿੱਤੀ, ਜਿੰਨੀ ਸੋਝੀ ਸਾਨੂੰ ਅਕਾਲ ਪੁਰਖ ਨੇ ਬਖਸ਼ੀ ਅਸੀਂ ਓਨੀ ਗੱਲ ਕਹਿ ਦਿੱਤੀ। ਜਿੰਨੀ ਕਿਸੇ ਨੂੰ ਸਮਝ ਹੁੰਦੀ ਹੈ ਓਨੀ ਗੱਲ ਕਹਿਣੀ ਚਾਹੀਦੀ ਹੈ। ਉਸ ਤੋਂ ਵੱਧ ਘੱਟ ਜਿਹੜਾ ਆਦਮੀ ਗੱਲ ਕਰਦਾ ਹੈ ਉਹ ਇੱਕ ਕਲਪਨਾ ਹੀ ਰਹਿ ਜਾਂਦੀ ਹੈ, ਉਹਦੇ ਪਿੱਛੇ ਸੱਚਾਈ ਨਹੀਂ ਰਹਿੰਦੀ। ਤੁਹਾਡੇ ਪੈਗੰਬਰ ਨੂੰ 14 ਤਬਕਾਂ ਦੀ ਸੋਝੀ ਰੱਬ ਨੇ ਦਿੱਤੀ, ਉਹਨੇ 14 ਤਬਕ ਲਿਖ ਦਿੱਤੇ ਤੇ ਸਾਨੂੰ ਅਕਾਲ ਪੁਰਖ ਨੇ ਲੱਖਾਂ ਪਾਤਾਲਾਂ ਤੇ ਆਕਾਸ਼ਾਂ ਦੀ ਸੋਝੀ ਬਖਸ਼ੀ ਹੈ ਤੇ ਅਸੀਂ ਵੀ ਸੱਚ ਬਿਆਨ ਕੀਤਾ। ਪਰ ਪੀਰ ਦੇ ਮਨ ਦੀ ਸ਼ੰਕਾ ਨਾ ਦੂਰ ਹੋਈ। ਕਹਿਣ ਲੱਗਾ ਜੇ ਇਹ ਗੱਲ ਸੱਚੀ ਹੈ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਨੇ, ਫਿਰ ਮੈਨੂੰ ਦਿਖਾਓ। ਹੁਣ ਗੱਲ ਦਿਖਾਉਣ ਤੇ ਆ ਕੇ ਖੜੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤੇ ਆਪ ਪਰਮੇਸ਼ਰ ਸਨ। ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ ਸਮਰੱਥ। ਗੁਰੂ ਕਹਿਣ ਲੱਗੇ ਅੱਛਾ ਫਿਰ ਤਿਆਰੀ ਕਰ ਜੇ ਤੂੰ ਵੇਖਣਾ ਚਾਹੁੰਦਾ। ਜਦੋਂ ਪੀਰ ਨੇ ਆਪਣੇ ਸਰੀਰ ਵੱਲ ਨਿਗਾਹ ਮਾਰੀ ਤੇ ਕਾਫੀ ਵਡੇਰੀ ਉਮਰ ਸੀ, ਬਿਰਧ ਹੋ ਚੁੱਕਿਆ ਸੀ। ਮਨ ਵਿੱਚ ਖਿਆਲ ਆਇਆ, ਕਹਿੰਦਾ ਹੁਣ ਬੁੱਢਾ ਹੋਇਆ ਤੇ ਹੁਣ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ਾਂ ਦੀ ਪੁਲਾੜ ਦੀ ਯਾਤਰਾ ਕਰਨੀ ਕਿਹੜਾ ਸੌਖਾ ਕੰਮ ਹੈ। ਹੁਣ ਬੁੱਢਾ ਆਦਮੀ ਜਿਹੜਾ ਧਰਤੀ ਤੇ ਨਹੀਂ ਤੁਰ ਸਕਦਾ ਤੇ ਉਹ ਹੁਣ ਉੱਥੇ ਆਕਾਸ਼ ਵਿੱਚ ਕਿਵੇਂ ਉੱਡ ਕੇ ਜਾਵੇ। ਉਹ ਕਹਿੰਦਾ ਮਹਾਰਾਜ ਮੈਨੂੰ ਤਾਂ ਮਾਫ ਕਰੋ, ਤੁਸੀਂ ਮੇਰੇ ਪੁੱਤਰ ਨੂੰ ਲੈ ਜਾਓ, ਉਹ ਨੌਜਵਾਨ ਹੈ, ਉਹ ਤੁਹਾਡੇ ਨਾਲ ਚੱਲ ਸਕਦਾ। ਤੇ ਗੁਰੂ ਮਹਾਰਾਜ ਕਹਿੰਦੇ ਜਿਹਨੂੰ ਮਰਜ਼ੀ ਭੇਜ ਦੇ। ਤੇ ਪੀਰ ਨੇ ਆਪਣੇ ਪੁੱਤਰ ਨੂੰ ਆਖਿਆ ਵੀ ਤੂੰ ਗੁਰੂ ਮਹਾਰਾਜ ਦੇ ਨਾਲ ਜਾ, ਜੋ ਕੁਝ ਉਹ ਕਹਿੰਦੇ ਨੇ ਕਿ ਉਹ ਸੱਚ ਹੈ ਇਸ ਗੱਲ ਦਾ ਨਿਰਣਾ ਹੋਣਾ ਚਾਹੀਦਾ। ਪੁੱਤਰ ਤਿਆਰ ਹੋ ਗਿਆ ਤੇ ਹੁਣ ਗੁਰੂ ਮਹਾਰਾਜ ਨੂੰ ਕਿਹੜਾ ਕੋਈ ਦੇਰ ਲੱਗਣੀ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੀਰ ਦੇ ਪੁੱਤਰ ਨੂੰ ਸਾਹਮਣੇ ਬਿਠਾਇਆ। ਕਹਿਣ ਲੱਗੇ ਅੱਖਾਂ ਬੰਦ ਕਰ। ਸਤਿਗੁਰੂ ਮਹਾਰਾਜ ਨੇ ਆਪਣੀ ਸਮਰੱਥਾ ਦੇ ਨਾਲ ਉਸ ਦੀ ਸੁਰਤ ਨੂੰ ਉੱਪਰ ਚੁੱਕਿਆ। ਇਹ ਇੱਕ ਕਿਰਪਾ ਹੁੰਦੀ ਹੈ, ਖਾਸ ਕੀ ਇਹ ਚੀਜ਼ ਹੁੰਦੀ ਹੈ ਵੀ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਉਸ ਪੀਰ ਦੇ ਪੁੱਤਰ ਦੀ ਸੁਰਤ ਨੂੰ ਸਰੀਰ ਤੋਂ ਉੱਪਰ ਚੁੱਕਿਆ ਤੇ ਉਹਦੀ ਜਿਹੜੀ ਰੂਹ ਸੀ ਤੇ ਸੁਰਤ ਉਹ ਇਸ ਧਰਤੀ ਤੋਂ ਉੱਡ ਕੇ ਤੇ ਆਕਾਸ਼ ਵੱਲ ਨੂੰ ਪ੍ਰਵਾਜ਼ ਕਰ ਰਹੀ ਹੈ, ਉਹਨੂੰ ਮਹਿਸੂਸ ਹੋ ਰਿਹਾ ਹੈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਨਾਲ ਨੇ ਤੇ ਜੋ ਕੁਝ ਗੁਰੂ ਮਹਾਰਾਜ ਨੇ ਬਚਨ ਕੀਤਾ ਸੀ ਤੇ ਇੱਕ ਤਬਕ ਦੇਖਿਆ, ਦੂਜਾ ਦੇਖਿਆ, ਤੀਜਾ ਦੇਖਿਆ ਤੇ ਜਦੋਂ ਸੈਂਕੜੇ ਤੇ ਹਜ਼ਾਰਾਂ ਵੇਖੇ ਤੇ ਪੀਰ ਦਾ ਪੁੱਤਰ ਕਹਿਣ ਲੱਗਾ ਮਹਾਰਾਜ ਹੋਰ ਕਿੰਨੇ ਕਿੰਨੇ? ਗੁਰੂ ਮਹਾਰਾਜ ਕਹਿੰਦੇ ਕੋਈ ਅੰਤ ਨਹੀਂ, ਬੇਅੰਤ ਨੇ। ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ। ਕਹਿਣ ਲੱਗਾ ਮਹਾਰਾਜ ਹੁਣ ਜੇ ਆਪਾਂ ਇਹੀ ਵੇਖਦੇ ਰਹੇ ਤੇ ਵਾਪਸ ਕਿਵੇਂ ਜਾਵਾਂਗੇ? ਤੇ ਮੇਰੀ ਤਾਂ ਬੇਨਤੀ ਆ ਵੀ ਹੁਣ ਆਪਾਂ ਨੂੰ ਪਿੱਛੇ ਹੀ ਜਾਣਾ ਚਾਹੀਦਾ, ਮੈਂ ਜਾ ਕੇ ਦੱਸਣਾ ਵੀ ਤੇ ਹੈ ਨਾ। ਤੇ ਗੁਰੂ ਮਹਾਰਾਜ ਕਹਿੰਦੇ ਚੰਗਾ ਭਾਈ ਹੁਣ ਤੂੰ ਉੱਪਰਲੇ ਲੋਕ ਤਾਂ ਵੇਖ ਲਏ ਨੇ ਤੇ ਪਰ ਨੂੰ ਹੇਠਲੇ ਪਤਾਲ ਵੀ ਦੇਖ ਲੈ। ਫਿਰ ਉਹਨੂੰ ਲੱਖਾਂ ਪਤਾਲ ਵੀ ਦਿਖਾਏ। ਇਹ ਇਤਿਹਾਸ ਗਵਾਹ ਹੈ ਤੇ ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪਾਤਾਲਾਂ ਆਕਾਸ਼ ਲੱਖ ਅੱਖ ਪੁਰਖ ਵਿੱਚ ਸਭ ਦਿਖਲਾਈ। ਤੇ ਗੁਰੂ ਮਹਾਰਾਜ ਨੇ ਇੱਕ ਅੱਖ ਦੇ ਫੋਰੇ ਵਿੱਚ
ਇੰਨੀ ਉਹਨੂੰ ਸਰਬਗਤਾ ਦਿੱਤੀ, ਪੀਰ ਦੇ ਪੁੱਤਰ ਨੂੰ ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਦਿਖਾ ਦਿੱਤੇ। ਹੁਣ ਤਾਂ ਵੇਖ ਲਓ, ਇਸ ਧਰਤੀ ਤੋਂ ਚੰਦਰਮਾ ਤੱਕ ਜਾਂ ਮੰਗਲ ਤੱਕ ਜਾਣ ਵਾਸਤੇ ਤੇ ਹੁਣ ਵੇਖ ਲਓ ਕਿੰਨਾ ਵਿਗਿਆਨੀਆਂ ਨੂੰ ਉਹ ਖਰਚ ਕਰਨਾ ਪੈਂਦਾ ਹੈ ਤੇ ਕਿੰਨੀ ਮਿਹਨਤ ਕਰਨੀ ਪੈਂਦੀ, ਕਈ ਵਾਰੀ ਫੇਰ ਵੀ ਅਸਫਲ ਰਹਿੰਦੇ ਨੇ। ਪਰ ਗੁਰੂ ਮਹਾਰਾਜ ਨੇ ਨਾ ਤੇ ਕੋਈ ਉੱਥੇ ਰਾਕਟ ਵਰਤਿਆ ਤੇ ਨਾ ਹੀ ਕੋਈ ਜਹਾਜ਼ ਲਿਆ, ਤੇ ਬਸ ਆਪਣੀ ਆਤਮਿਕ ਸ਼ਕਤੀ ਨਾਲ ਹੀ ਸਾਰਾ ਕੁਝ ਕਰਕੇ ਵਿਖਾਇਆ। ਇਸੇ ਲਈ ਜਿੱਥੇ ਬਾਹਰਲੀ ਸਾਇੰਸ ਹੈ, ਉੱਥੇ ਆਤਮਿਕ ਸਾਇੰਸ ਵੀ ਇੱਕ ਵੱਖਰੀ ਚੀਜ਼ ਹੈ, ਜਿਹੜੀ ਮਹਾਂਪੁਰਖਾਂ ਦੇ ਕੋਲ ਹੀ ਹੋ ਸਕਦੀ ਹੈ। ਤੇ ਗੁਰੂ ਮਹਾਰਾਜ ਤੇ ਉਸ ਆਤਮਿਕ ਸਾਇੰਸ ਦੇ ਇੱਕ ਮਹਾਨ ਆਗੂ ਸਨ, ਇਸ ਲਈ ਉਹਨਾਂ ਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ। ਤੇ ਜਦੋਂ ਵਾਪਸ ਮੁੜ ਕੇ ਸਤਿਗੁਰੂ ਆਏ, ਇੱਕ ਵੱਡੀ ਹੈਰਾਨੀ ਦੀ ਗੱਲ ਇਹ ਸੀ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੀਰ ਦਾ ਪੁੱਤਰ ਕਹਿਣ ਲੱਗਾ ਵੀ ਕਹਿੰਦਾ ਵੀ ਉਹਨਾਂ ਨੂੰ ਯਕੀਨ ਕਿਵੇਂ ਆਵੇਗਾ ਵੀ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਵੇਖੇ ਨੇ, ਉਹਨਾਂ ਲਈ ਕੋਈ ਨਾ ਕੋਈ ਨਿਸ਼ਾਨੀ ਵੀ ਲੈ ਕੇ ਜਾਣੀ ਚਾਹੀਦੀ ਹੈ। ਜਿਵੇਂ ਹੁਣ ਵੀ ਜਿਹੜੇ ਵਿਗਿਆਨੀ ਚੰਦਰਮਾ ਤੇ ਗਏ ਨੇ, ਕੁਛ ਉੱਥੋਂ ਦੀ ਮਿੱਟੀ ਮੁੱਟੀ ਜਾਂ ਕੁਛ ਸੈਂਪਲ ਇੱਥੇ ਲੈ ਕੇ ਆਏ। ਤੇ ਹੁਣ ਜਦੋਂ ਪੀਰ ਦੇ ਪੁੱਤਰ ਨੇ ਬੇਨਤੀ ਕੀਤੀ, ਗੁਰੂ ਮਹਾਰਾਜ ਕਹਿਣ ਲੱਗੇ ਚੰਗਾ ਭਾਈ, ਜੇ ਤੂੰ ਕੋਈ ਨਿਸ਼ਾਨੀ ਲੈਣੀ ਹੈ ਤੇ ਫਿਰ ਹੁਣ ਗੁਰੂ ਘਰ ਵਿੱਚ ਤਾਂ ਕੜਾਹ ਪ੍ਰਸ਼ਾਦ ਹੀ ਮਹਾਨ ਹੁੰਦਾ, ਤੇ ਪ੍ਰਸ਼ਾਦ ਲੈ ਕੇ ਜਾ। ਕਹਿਣ ਲੱਗਾ ਸਤ ਬਚਨ। ਤੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਉੱਥੇ ਹੀ ਗੁਰੂ ਦੀਆਂ ਸੰਗਤਾਂ ਸਨ, ਕਿਉਂਕਿ ਆਪ ਪਰਮੇਸ਼ਰ ਰੂਪ ਸਨ। ਤੇ ਉੱਥੇ ਸਤਿਗੁਰੂ ਮਹਾਰਾਜ ਦਾ ਸਤਿਕਾਰ ਹੋਇਆ, ਪੂਜਾ ਹੋਈ, ਆਰਤੀਆਂ ਉਤਾਰੀਆਂ ਗਈਆਂ, ਦੀਵਾਨ ਸਜੇ, ਅਰਦਾਸ ਹੋਈ, ਕੜਾਹ ਪ੍ਰਸ਼ਾਦੀਆਂ ਦੇਗਾਂ ਵੰਡੀਆਂ ਗਈਆਂ। ਤੇ ਗੁਰੂ ਮਹਾਰਾਜ ਨੇ ਤੇ ਫਿਰ ਉਹ ਪਤਾਲ ਵਿੱਚ, ਜਦੋਂ ਅਖੀਰਲੇ ਪਤਾਲ ਵਿੱਚ ਗਏ ਨਾ, ਜਿੱਥੋਂ ਵਾਪਸ ਮੁੜਨਾ ਸੀ, ਉੱਥੋਂ ਫਿਰ ਉਹ ਕੜਾਹ ਪ੍ਰਸ਼ਾਦ ਦਾ ਇੱਕ ਕੌਲ ਭਰ ਕੇ, ਇੱਕ ਬਾਟਾ ਭਰ ਕੇ ਪੀਰ ਦੇ ਪੁੱਤਰ ਨੂੰ ਨਿਸ਼ਾਨੀ ਵਜੋਂ ਗੁਰੂ ਮਹਾਰਾਜ ਨੇ ਦਿੱਤਾ। ਤੇ ਜਦੋਂ ਵਾਪਸ ਮੁੜ ਕੇ ਆਏ ਤੇ ਉਸ ਵੇਲੇ ਕੇਵਲ ਅੱਖਾਂ ਹੀ ਮੀਟੀਆਂ ਸਨ, ਹੋਰ ਤੇ ਜਾਣਾ ਤੇ ਸਰੀਰ ਤਾਂ ਇੱਥੇ ਹੀ ਸੀ। ਤੇ ਜਦੋਂ ਅੱਖਾਂ ਖੋਲੀਆਂ ਤੇ ਸਾਰੇ ਲੋਕ ਵੇਖ ਰਹੇ ਸਨ, ਤੇ ਪੀਰ ਨੇ ਪੁੱਤਰ ਨੂੰ ਪੁੱਛਿਆ, ਕਿਉਂ ਵੀ ਦੱਸ, ਜੋ ਕੁਝ ਇਹ ਕਹਿ ਰਹੇ ਨੇ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਇਹ ਗੱਲ ਸੱਚੀ ਹੈ ਕਿ ਨਹੀਂ? ਉਹ ਕਹਿੰਦਾ, ਪੀਰ ਜੀ ਤੁਸੀਂ ਇਸ ਗੱਲ ਬਾਰੇ ਕੀ ਪੁੱਛਦੇ ਹੋ? ਮੈਂ ਤੇ ਇਸ ਗੱਲ ਤੋਂ ਹੈਰਾਨ ਹਾਂ, ਜਿੱਥੇ ਵੀ ਅਸੀਂ ਗਏ ਉੱਥੇ ਸਾਰੇ ਥਾਂ ਗੁਰੂ ਨਾਨਕ ਦੀ ਪੂਜਾ ਹੋਈ, ਸਾਰੇ ਥਾਂ ਗੁਰੂ ਨਾਨਕ ਦਾ ਡੰਕਾ ਵੱਜਿਆ, ਸਾਰੇ ਥਾਂ ਤੇ ਗੁਰੂ ਨਾਨਕ ਦਾ ਰਾਜ ਮੈਂ ਦੇਖਿਆ। ਇਸ ਲਈ ਇਹਨਾਂ ਤੋਂ ਬਿਨਾਂ ਹੋਰ ਕੋਈ ਮੇਰੇ ਵਾਸਤੇ ਕੋਈ ਪੈਗੰਬਰ, ਕੋਈ ਖੁਦਾ ਨਹੀਂ ਹੋ ਸਕਦਾ। ਇਸ ਲਈ ਭੁੱਲ ਜਾਓ ਹੁਣ ਤੁਸੀਂ ਹੋਰ ਗੱਲਾਂ ਨੂੰ, ਤੇ ਇਹਨਾਂ ਦੇ ਮੁਰੀਦ ਬਣੋ, ਇਹਨਾਂ ਦੇ ਪੈਰੋਕਾਰ ਬਣੋ। ਇਹ ਤੇ ਆਪ ਪਰਮੇਸ਼ਰ ਨੇ, ਆਪ ਖੁਦਾ ਨੇ। ਇਉਂ ਭਾਈ ਸਤਿਗੁਰੂ ਵਿੱਚ ਇਹ ਸਮਰੱਥਾ ਹੈ, ਜਿੱਥੇ ਵੀ ਚਾਹੁਣ ਉਹ ਸਭ ਕੁਝ ਕਰ ਸਕਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਹਨ ਵੀ ਅਸੀਂ ਤੇ ਚਾਰੇ ਕੋਟਾਂ ਦਸੋ ਦਿਸ਼ਾ ਦੇ ਵਿੱਚ ਵੇਖਿਆ ਹੈ ਜਾ ਕੇ, ਤਿਸ ਬਿਨ ਅਵਰ ਨਾ ਕੋਏ, ਵੀ ਉਸ ਅਕਾਲ ਪੁਰਖ ਤੋਂ ਬਿਨਾਂ ਮੈਨੂੰ ਤੇ ਕੋਈ ਹੋਰ ਦਿਸਿਆ ਹੀ ਨਹੀਂ ਹੈ। ਵੇਦ ਪੁਰਾਨ ਸਿਮਰਤ ਸੁਨੇ, ਬਹੁ ਬਿਦ ਕਰੋ ਵਿਚਾਰ। ਲੋ ਹਜ਼ੂਰ ਕਹਿੰਦੇ ਨੇ ਭਾਈ, ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ ਵੇਦ, ਤੇ ਇਤਿਹਾਸਕ ਗ੍ਰੰਥ ਨੇ ਪੁਰਾਣ, ਤੇ ਖਾਸ ਜਿਹਨਾਂ ਵਿੱਚ ਕੋਈ ਰਹਿਤ ਮਰਜ਼ਾਦਾ, ਕਰਮ ਕਾਂਡ ਦੀ, ਹੋਰ ਵਰਨਾ ਸ਼ਰਮਾ ਦੇ ਧਰਮ ਦੀ ਮਰਜ਼ਾਦਾ ਲਿਖੀ ਹੋਈ, ਉਹ ਹਨ ਸਿਮਰਤੀਆਂ। ਹਜ਼ੂਰ ਕਹਿੰਦੇ ਸੀ ਵੇਦਾਂ ਪੁਰਾਣਾ ਸਿਮਰਤੀਆਂ ਨੂੰ ਵੀ ਸੁਣਿਆ ਹੈ, ਤੇ ਬਹੁ ਬਿਦ ਕਰੋ ਵਿਚਾਰ, ਤੇ ਬਹੁਤ ਤਰੀਕਿਆਂ ਨਾਲ ਆਪ ਵੀ ਵਿਚਾਰ ਕੇ ਦੇਖਦੇ ਹਾਂ। ਪਤਤ ਉਦਾਹਰਨ ਭੈ ਹਰਨ, ਸੁਖ ਸਾਗਰ ਨਿਰੰਕਾਰ। ਲੋ ਸਾਰੇ ਪਾਪੀਆਂ ਨੂੰ ਉਦਾਹਰਨ ਵਾਲਾ, ਤੇ ਹਰ ਇੱਕ ਦੇ ਭੈ ਨੂੰ ਹਰਨ ਨਾਸ਼ ਕਰਨ ਵਾਲਾ, ਤੇ ਸੁਖਾਂ ਦਾ ਸਾਗਰ ਇੱਕੋ ਇੱਕ ਨਿਰੰਕਾਰ ਹੈ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਨਾ ਕੋਈ ਪਾਪੀਆਂ ਨੂੰ ਉਧਾਰ ਸਕਦਾ ਹੈ, ਨਾ ਹੀ ਸਾਡੇ ਡਰ ਭੈ ਨੂੰ ਕੋਈ ਦੂਰ ਕਰ ਸਕਦਾ ਹੈ, ਤੇ ਨਾ ਹੀ ਕੋਈ ਸੁਖ ਪ੍ਰਦਾਨ ਕਰ ਸਕਦਾ ਹੈ। ਦਾਤਾ ਭੁਗਤਾ ਦੇਨਹਾਰ, ਤਿਸ ਬਿਨ ਅਵਰ ਨਾ ਜਾਏ। ਲੋ ਹਜ਼ੂਰ ਕਹਿੰਦੇ ਨੇ ਉਹੀ ਅਕਾਲ ਪੁਰਖ ਵਾਹਿਗੁਰੂ ਦਾਤਾ ਹੈ, ਤੇ ਉਹੀ ਭੁਗਤਾ ਲੈ ਕੇ ਛਕਣ ਵਾਲਾ ਹੈ। ਦੇਣਹਾਰ ਵੀ ਉਹੀ ਹੈ। ਤਿਸ ਬਿਨ ਅਵਰ ਨਾ ਜਾਏ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਜਾਇਦ ਅਰਥ ਜਗ੍ਹਾ ਹੀ ਨਹੀਂ ਹੈ। ਜੋ ਚਾਹ ਹੈ ਸੋਈ ਮਿਲੈ, ਨਾਨਕ ਹਰ ਗੁਣ ਗਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਰੱਬ ਦੇ ਘਰ ਦੇ ਵਿੱਚ ਜਾ ਕੇ ਜੋ ਚਾਹ ਹੈ, ਜੋ ਵੀ ਚਾਹੇਗਾ ਸੋਈ ਮਿਲੈ, ਉਹੀ ਮਿਲ ਜਾਵੇਗਾ।